हेलो एंड वेलकम टू स्टडी फॉर यू। आज दिस वीडियो लेक्चर में ਅਸੀਂ डिस्कस करांगे 7th क्लास जियोग्राफी चैप्टर नंबर 9 लाइफ इन टेम्परेट ग्रासलैंड्स। दीज आर द टॉपिक्स दैट वी आर गोइंग टू बी डिस्कस्ड इन दिस चैप्टर। इंट्रोडक्शन, द प्रायरीज, द वेल्स। सब तो पहला ਅਸੀਂ चैप्टर की इंट्रोडक्शन डिस्कस करांगे। As in earlier chapters we have discussed that according to the type of climate and soil, type of vegetation changed like forest, grassland etc. ਕੀ ਹੈ ਜੀ soil and climate ਦੇ ਚੇਂਜ ਹੋਣ ਨਾਲ ਕੀ ਟਾਈਪ ਆਫ ਵੈਜੀਟੇਸ਼ਨ ਚੇਂਜ ਹੋ ਜਾਂਦੀ ਹੈ, ਜਿਵੇਂ shrubs, forest, grassland etc. and grassland also have two types। grassland ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਫਸਟ ਕੀ ਹੈ ਜੀ ਟੈਂਪਰੇਟ ਰੀਜਨ ਗ੍ਰਾਸਲੈਂਡਸ ਐਂਡ ਸੈਕਿੰਡ ਕੀ ਹੈ ਜੀ ਟ੍ਰੋਪੀਕਲ ਰੀਜਨ ਗ੍ਰਾਸਲੈਂਡਸ। ਐਂਡ ਇਸ ਚੈਪਟਰ ਵਿੱਚ ਅਸੀਂ ਕੀ ਹੈ ਜੀ ਟੈਂਪਰੇਟ ਰੀਜਨ ਗ੍ਰਾਸਲੈਂਡ ਨੂੰ ਕੀ ਹੈ ਜੀ ਅਸੀਂ ਡਿਸਕਸ ਕਰਨਾ। ਇਹ ਦੋ ਤਰ੍ਹਾਂ ਦੀਆਂ ਨੇ ਜੀ, ਦਾ ਪ੍ਰਾਇਰੀਜ਼ ਐਂਡ ਦਾ ਵੈਲਸ। ਸਭ ਤੋਂ ਪਹਿਲਾਂ ਅਸੀਂ ਪ੍ਰਾਇਰੀਜ਼ ਨੂੰ ਡਿਸਕਸ ਕਰਾਂਗੇ। ਪ੍ਰਾਇਰੀਜ਼ ਕਿਹੜੀਆਂ ਗ੍ਰਾਸਲੈਂਡ ਨੇ। ਦਾ ਜੋ ਪ੍ਰਾਇਰੀ ਵਰਡ ਹੈ comes from Latin word prata which means meadow। meadow ਕੀ ਹੁੰਦਾ ਜੀ ਘਾਹ। The temperate grasslands of North America are called as prairies। ਜੋ ਨਾਰਥ ਅਮਰੀਕਾ ਦੀਆਂ ਟੈਂਪਰੇਟ ਗ੍ਰਾਸਲੈਂਡਸ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ ਪ੍ਰਾਇਰੀਜ਼। This region is flat, gently sloped and treeless। ਇਹ ਕੀ ਹੈ ਜੀ ਫਲੈਟ ਰੀਜਨ ਹੈ ਐਂਡ ਇੱਥੇ ਟਰੀ ਬਹੁਤ ਘੱਟ ਨੇਗੇ। woodland found in flanking river valley। height of grass is about 2 meter। this area is also called as sea of grass। ਇੱਥੇ ਗ੍ਰਾਸ ਦੀ ਹਾਈਟ ਕਿੰਨੀ ਹੈ ਜੀ 2 ਮੀਟਰ ਹੈ ਐਂਡ ਇਸ ਏਰੀਆ ਨੂੰ ਕੀ ਹੈ ਜੀ sea of grass ਵੀ ਕਿਹਾ ਜਾਂਦਾ ਹੈ। prairies are bound by rocky mountain in west and great river in east। ਕੀ ਹੈ ਜੀ ਜੋ ਇਹ ਪ੍ਰਾਇਰੀਜ਼ ਨੇ ਮੀਨਸ ਗ੍ਰਾਸਲੈਂਡਸ ਨੇ, ਇਹਨਾਂ ਦੇ ਇਸ ਦੇ ਵੈਸਟ ਵਿੱਚ ਕੀ ਹੈ ਜੀ ਰੋਕੀ ਮਾਊਂਟੇਨਸ ਨੇ ਐਂਡ ਈਸਟ ਵਿੱਚ ਕੀ ਹੈ ਜੀ ਗ੍ਰੇਟ ਰਿਵਰ। ਮੋਸਟਲੀ ਇਹ ਕੀ ਹੈ ਜੀ ਕੈਨੇਡਾ ਐਂਡ US ਦੇ ਵਿੱਚ ਪਾਈ ਜਾਂਦੀਆਂ ਨੇ ਪ੍ਰਾਇਰੀਜ਼। ਐਂਡ ਇਹਨਾਂ ਨੂੰ ਪਾਣੀ ਕਿੱਥੋਂ ਮਿਲਦਾ, ਡਰੇਨਡ ਬਾਈ ਟ੍ਰਿਬਿਊਟਰੀਜ਼ ਆਫ ਮਿਸੀਸਿਪੀ ਜਿਹੜੀ ਕਿੱਥੇ ਹੈ ਜੀ USA ਦੇ ਵਿੱਚ ਐਂਡ ਸਸਕੈਚੁਅਨ ਇਨ ਕੈਨੇਡਾ। ਇਹ ਕਿੰਨੇ ਜੀ ਰਿਵਰਸ ਨੇ। ਐਂਡ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਅਸੀਂ ਡਿਸਕਸ ਕਰਾਂਗੇ। ਦਾ ਗ੍ਰਾਸਲੈਂਡ ਆਫ ਪ੍ਰਾਇਰੀਜ਼ ਵੇਅਰ ਹੋਮ ਆਫ ਨੇਟਿਵ ਅਮੈਰੀਕਨ। ਪ੍ਰਾਇਰੀਜ਼ ਦੇ ਵਿੱਚ ਕੀ ਹੈ ਜੀ ਜੋ ਨੇਟਿਵ ਮੂਲ ਸੀਗੇ ਅਮੈਰੀਕਾ ਦੇ ਉਹਨਾਂ ਦੀ ਇਹ ਹੋਮਲੈਂਡ ਸੀ, ਜਿਨ੍ਹਾਂ ਨੂੰ ਕੀ ਕਿਹਾ ਜਾਂਦਾ ਜੀ ਰੈੱਡ ਇੰਡੀਅਨ ਕਿਹਾ ਜਾਂਦਾ ਸੀਗਾ। ਦੇ ਵਰ ਐਕਚੁਅਲ ਹੈਬੀਟੈਟ ਆਫ ਕੌਂਟੀਨੈਂਟ। ਉਹ ਕੀ ਸੀ ਜੀ ਓਰੀਜਨਲ ਜੋ ਇੱਥੋਂ ਦੇ ਸਭ ਤੋਂ ਪਹਿਲੇ ਰਹਿਣ ਵਾਲੇ ਸੀਗੇ ਉਹ ਸੀਗੇ ਇੱਥੋਂ ਦੇ ਰੈੱਡ ਇੰਡੀਅਨਸ। The prairies were home of other tribes also like Apache, the Crow, the Cree and the Pawnee। ਹੁਣ ਅਸੀਂ ਡਿਸਕਸ ਕਰਾਂਗੇ ਜੀ ਇੱਥੋਂ ਦਾ ਕਲਾਈਮੇਟ। Being located in heart of continent, the climate is continental type। ਇਹ ਕੀ ਹੈ ਜੀ ਸੈਂਟਰ ਵਿੱਚ ਲੋਕੇਟਡ ਆ ਕੌਂਟੀਨੈਂਟ ਦੇ, ਤਾਂ ਇੱਥੋਂ ਟੈਂਪਰੇਚਰ ਕੀ ਹੈ ਜੀ ਐਕਸਟ੍ਰੀਮ ਟੈਂਪਰੇਚਰ ਹੈ। ਦ ਸਮਰਸ ਆਰ ਵਾਰਮ ਵਿਦ ਟੈਂਪਰੇਚਰ ਆਫ ਅਰਾਊਂਡ 20 ਡਿਗਰੀ। ਗਰਮੀਆਂ ਵਿੱਚ ਇੱਥੋਂ ਦਾ ਟੈਂਪਰੇਚਰ ਕਿੰਨਾ ਹੈ ਜੀ 20 ਡਿਗਰੀ ਸੈਲਸੀਅਸ ਹੁੰਦਾ ਐਂਡ ਇਨ ਵਿੰਟਰਸ -20 ਡਿਗਰੀ। ਹੈਜ਼ ਬੀਨ ਰਿਕਾਰਡਡ ਇਨ ਵਿਨੀਪੈਗ ਕੈਨੇਡਾ। ਇਨ ਵਿੰਟਰ ਅ ਥਿਕ ਬਲੈਂਕਟ ਆਫ ਸਨੋ ਕਵਰ ਦਿਸ ਰੀਜਨ। ਸਰਦੀਆਂ ਵਿੱਚ ਕੀ ਹੈ ਜੀ ਸਨੋ ਕੀ ਹੈ ਜੀ ਇਸ ਰੀਜਨ ਨੂੰ ਕਵਰ ਕਰ ਲੈਂਦੀ ਹੈ। ਦ ਐਨੂਅਲ ਰੇਨਫਾਲ ਇਜ਼ ਮੋਡਰੇਟ ਐਂਡ ਇਜ਼ ਆਈਡਲ ਫੋਰ ਗਰੋਥ ਆਫ ਗ੍ਰਾਸ। ਇੱਥੇ ਕੀ ਹੈ ਜੀ ਰੇਨ ਹੈ ਜੋ ਮੋਡਰੇਟ ਹੁੰਦੀ ਹੈ, ਬਹੁਤ ਜ਼ਿਆਦਾ ਨਹੀਂ ਹੁੰਦੀ, ਜੋ ਕਿ ਹੈ ਜੀ ਬਹੁਤ ਵਧੀਆ ਹੈ ਇਸ ਗ੍ਰਾਸਲੈਂਡ ਦੇ ਵਧਣ ਫੁੱਲਣ ਦੇ ਲਈ। ਡਿਊ ਟੂ ਐਬਸੈਂਸ ਆਫ ਨਾਰਥ ਸਾਊਥ ਵੇਰੀਅਸ ਅ ਲੋਕਲ ਵਿੰਡ ਚਿਨੂਕ ਬਲੋ। ਜਿੱਦਾਂ ਅਸੀਂ ਤੁਹਾਨੂੰ ਪਿਛਲੇ ਪੇਜ ਦੇ ਉੱਪਰ ਦੱਸਿਆ ਕੀ ਹੈ ਜੀ ਇਹ ਇਸ ਦੇ ਵੈਸਟ ਵਿੱਚ ਰੋਕੀ ਮਾਊਂਟੇਨਸ ਨੇ ਅਤੇ ਈਸਟ ਵਿੱਚ ਕੀ ਹੈ ਜੀ ਗ੍ਰੇਟ ਰਿਵਰਸ ਨੇ। ਬਟ ਨਾਰਥ ਐਂਡ ਸਾਊਥ ਦੇ ਵਿੱਚ ਇਸਦੇ ਕੁਛ ਵੀ ਨਹੀਂ ਹੈਗਾ। ਉੱਥੋਂ ਕੀ ਹੈ ਜੀ ਇਹ ਇੱਥੋਂ ਨਾਰਥ ਐਂਡ ਸਾਊਥ ਦੇ ਵਿੱਚ ਕੀ ਹੈ ਜੀ ਵਾਈਂਡ ਫਲੋ ਕਰਦੀਆਂ ਨੇ
ਕੀ ਕਹਿੰਦੇ ਇਹਨਾਂ ਪੁਆਇੰਟ ਨੂੰ ਜੀ? ਚਿਨੂਕ। ਚਿਨੂਕ ਇਹ ਕੀ ਨੇ ਜੀ? ਚਿਨੂਕ ਇਜ਼ ਅ ਹੌਟ wind that blows in winter and therefore rises the temperature within a short time. This increase in temperature results in the melting of snow, making pasture land available for grazing of animals. ਸਰਦੀਆਂ ਵਿੱਚ ਕੀ ਹੈ ਜੀ? ਇਹ ਵਾਈਂਡ ਕੀ ਹੈ ਜੀ? ਜੋ ਸਨੋ ਹੈ ਉਸ ਨੂੰ ਮੈਲਟ ਕਰ ਦਿੰਦੀ ਹੈ ਤਾਂ ਕੀ ਹੈ ਜੀ? ਐਨੀਮਲਸ ਦੇ ਖਾਣ ਵਾਸਤੇ ਜੋ ਘਾਹ ਹੈ ਉਹ ਕੀ ਹੈ ਜੀ? ਉਸ ਤੋਂ ਬਰਫ਼ ਹਟ ਜਾਂਦੀ ਹੈ, ਨੰਗਾ ਹੋ ਜਾਂਦਾ ਹੈ। ਨੈਕਸਟ ਹੈ ਜੀ ਫਲੋਰਾ ਐਂਡ ਫੋਨਾ, ਜੋ ਇਸ ਰੀਜਨ ਦਾ ਪ੍ਰਾਇਰੀਜ਼ ਦਾ। ਲੈਸ ਟਰੀਜ਼, ਜਿੱਦਾਂ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਇੱਥੇ ਕੀ ਹੈ ਜੀ? ਟਰੀ ਬਹੁਤ ਘੱਟ ਨੇਗੇ। ਵੇਅਰ ਵਾਟਰ ਇਜ਼ ਅਵੇਲੇਬਲ, ਜਿੱਥੇ ਪਾਣੀ ਹੈਗਾ ਉੱਥੇ ਕੀ ਹੈ ਜੀ? ਵਿਲੋਜ਼, ਐਲਡਰਸ, ਪੋਪਲਰ, ਇਸ ਪ੍ਰਕਾਰ ਦੇ ਟਰੀਜ਼ ਉੱਥੇ ਗਰੋ ਹੁੰਦੇ ਨੇ। ਮੇਜਰ ਕ੍ਰੋਪਸ, ਫਸਲਾਂ ਜੋ ਮੇਜਰ ਨੇ ਇੱਥੇ ਉਹ ਕੀ ਹੈ ਜੀ? ਮਾਈਜ਼। ਦ ਅਦਰ ਕ੍ਰੋਪਸ ਆਰ ਪੋਟੈਟੋਜ਼, ਸੋਇਆਬੀਨ, ਕੋਟਨ ਐਂਡ ਅਲਫਾਲਫਾ। ਕੈਟਲ ਫਾਰਮਸ ਕਾਲਡ ਐਜ਼ ਰੈਂਚਿਸ, ਜੋ ਇੱਥੋਂ ਦੇ ਕੈਟਲ ਫਾਰਮਸ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ? ਰੈਂਚਿਸ। ਬਿਸਨ ਐਨੀਮਲ ਆਫ ਦਿਸ ਰੀਜਨ ਨੀਅਰਲੀ ਐਕਸਟਿੰਕਸ਼ਨ, ਜੋ ਇੱਥੋਂ ਦਾ ਬਿਸਨ ਐਨੀਮਲ ਹੈ ਜੋ ਤੁਹਾਨੂੰ ਪਿਕਚਰ ਵਿੱਚ ਦਿਖਾਇਆ ਗਿਆ ਇਹ ਕੀ ਹੈ ਜੀ? ਖਤਮ ਹੋਣ ਦੀ ਕਗਾਰ 'ਤੇ ਹੈ। ਅਦਰ ਐਨੀਮਲ ਜੋ ਇੱਥੇ ਪਾਏ ਜਾਂਦੇ ਨੇ ਕਾਟਲਸ, ਰੈਬਿਟਸ, ਗੋਫਰਸ ਐਂਡ ਡੌਗਸ। ਪੀਪਲਸ, ਜੋ ਇਸ ਰੀਜਨ ਦੇ ਪੀਪਲ ਨੇ ਉਹਨਾਂ ਦਾ ਅਸੀਂ ਬਿਹੇਵੀਅਰ ਜਾਣਾਂਗੇ ਇੱਥੇ। ਪੀਪਲਸ ਆਰ ਹਾਰਡ ਵਰਕਿੰਗ, ਇਹ ਕੀ ਨੇ ਜੀ? ਬਹੁਤ ਜ਼ਿਆਦਾ ਹਾਰਡ ਵਰਕਿੰਗ ਨੇ। ਸਕਸੈਸਫੁਲੀ ਹਾਰਨੈਸ ਦਾ ਟੈਕਨੋਲੋਜੀ, ਇਹਨਾਂ ਨੇ ਕਿਹਾ ਜੀ ਟੈਕਨੋਲੋਜੀ ਨੂੰ ਬਹੁਤ ਜ਼ਿਆਦਾ ਡਿਵੈਲਪ ਕਰ ਲਿਆ। ਵਿਦ ਦਾ ਯੂਜ਼ ਆਫ ਟੈਕਨੋਲੋਜੀ ਇਨ ਐਗਰੀਕਲਚਰ ਦੇ ਹੈਵ ਮੇਕ ਨਾਰਥ ਅਮੈਰੀਕਾ ਐਜ਼ ਸਰਪਲਸ ਫੂਡ ਪ੍ਰੋਡਿਊਸਰ। ਟੈਕਨੋਲੋਜੀ ਦੇ ਨਾਲ ਕੀ ਹੈ ਜੀ? ਇਹਨਾਂ ਨੇ ਨਾਰਥ ਅਮੈਰੀਕਾ ਦਾ ਜੋ ਰੀਜਨ ਹੈ ਉਸ ਨੂੰ ਕੀ ਹੈ ਜੀ? ਬਹੁਤ ਹੀ ਜ਼ਿਆਦਾ ਫੂਡ ਪੈਦਾ ਕਰਨ ਵਾਲਾ ਕੌਂਟੀਨੈਂਟ ਬਣਾ ਦਿੱਤਾ ਹੈ। ਦਾ ਡੇਰੀ ਬੈਲਟ ਐਕਸਟੈਂਡ ਫਰੋਮ ਗ੍ਰੇਟ ਲੇਕਸ ਟੂ ਐਟਲਾਂਟਿਕ ਕੋਸਟ ਇਨ ਈਸਟ। ਇੱਥੇ ਜੋ ਡੇਰੀ ਬੈਲਟ ਹੈ ਮੀਨਜ਼ ਜੋ ਦੁੱਧ ਦੀ ਪੈਦਾਵਾਰ ਦੀ ਸਭ ਤੋਂ ਜ਼ਿਆਦਾ ਜਗ੍ਹਾ ਹੈ ਉਹ ਕਿੱਥੋਂ ਤੋਂ ਕਿੱਥੇ ਤੱਕ ਫੈਲੀ ਹੋਈ ਹੈ ਜੀ? ਗ੍ਰੇਟ ਲੇਕਸ ਤੋਂ ਐਟਲਾਂਟਿਕ ਕੋਸਟ ਇਨ ਈਸਟ ਤੱਕ। ਮੋਸਟ ਇੰਡਸਟਰੀਅਲਾਈਜ਼ਡ ਏਰੀਆ ਇਨ ਦਾ ਵਰਲਡ, ਜੋ ਇਹ ਰੀਜਨ ਹੈ ਇਹ ਕੀ ਹੈ ਜੀ? ਦੁਨੀਆ ਦਾ ਸਭ ਤੋਂ ਜ਼ਿਆਦਾ ਇੰਡਸਟਰੀਅਲਾਈਜ਼ਡ ਰੀਜਨ ਆ ਗਿਆ। ਨੈਕਸਟ ਕੀ ਹੈ ਜੀ? ਦਾ ਵੈਲਸ, ਇਹ ਕੀ ਹੈ ਜੀ? ਦੂਸਰੀ ਟਾਈਪ ਹੈ ਟੈਂਪਰੇਟ ਰੀਜਨ ਦੀਆਂ ਗ੍ਰਾਸਲੈਂਡ ਦੀ। ਦਾ ਵੈਲਡ ਨੇਮ ਵਾਜ਼ ਗਿਵਨ ਬਾਈ ਡੱਚ ਸੈਲਟਰਸ, ਇਹ ਕੀ ਹੈ ਜੀ? ਡੱਚ ਸੈਲਟਰਸ ਦੇ ਦੁਆਰਾ ਦਿੱਤਾ ਗਿਆ ਨਾਮ ਵੈਲਡ। ਸਾਊਥ ਅਫਰੀਕਾ ਵਾਜ਼ ਕੋਲੋਨਾਈਜ਼ਡ ਬਾਈ ਬ੍ਰਿਟਿਸ਼, ਜਦੋਂ ਕੀ ਹੈ ਜੀ? ਸਾਊਥ ਅਫਰੀਕਾ ਬ੍ਰਿਟਿਸ਼ ਦੇ ਦੁਆਰਾ ਕੋਲੋਨਾਈਜ਼ ਕੀਤਾ ਹੋਇਆ ਸੀ। ਟੈਂਪਰੇਟ ਗ੍ਰਾਸਲੈਂਡ ਆਫ ਸਾਊਥ ਅਫਰੀਕਾ ਆਰ ਕਾਲਡ ਐਜ਼ ਵੈਲਸ, ਜੋ ਸਾਊਥ ਅਫਰੀਕਾ ਦੀਆਂ ਟੈਂਪਰੇਟ ਗ੍ਰਾਸਲੈਂਡਸ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ? ਵੈਲਸ। ਇਟ ਇਜ਼ ਬਾਉਂਡ ਬਾਏ ਡਰਾਕੈਨਸਰ ਮਾਊਂਟੇਨਸ ਔਨ ਈਸਟ, ਟੂ ਇਟਸ ਵੈਸਟ ਲਾਈਜ਼ ਕਲਾਹਾਰੀ ਡੈਜ਼ਰਟ। ਇਸਦੇ ਈਸਟ ਵਿੱਚ ਕੀ ਹੈ ਜੀ? ਮਾਊਂਟੇਨਸ ਐਂਡ ਵੈਸਟ ਵਿੱਚ ਕੀ ਹੈ ਜੀ? ਡੈਜ਼ਰਟ। ਔਨ ਦਾ ਨਾਰਥਰਨ ਪਾਰਟ high wells are located that attain a height of more than 1600 meter. In some places the tributaries of rivers Orange and Limpopo drain the region. ਇਸ ਜਗ੍ਹਾ ਨੂੰ ਕੀ ਹੈ ਜੀ? ਗ੍ਰਾਸਲੈਂਡ ਨੂੰ ਪਾਣੀ ਔਰੇਂਜ ਐਂਡ ਲਿੰਪੋਪੋ ਦੇ ਦੁਆਰਾ ਦਿੱਤਾ ਜਾਂਦਾ ਹੈ। ਹੁਣ ਅਸੀਂ ਦੇਖਾਂਗੇ ਇੱਥੋਂ ਦਾ ਕਲਾਈਮੇਟ। The wells have a mild climate due to influence of Indian Ocean. Winters are cold and dry. Temperature vary between 5 degrees Celsius to 10 degrees Celsius and July is coldest month. ਇੱਥੋਂ ਦਾ ਕੀ ਹੈ ਜੀ? ਜੁਲਾਈ ਸਭ ਤੋਂ ਕੋਲਡੈਸਟ ਮੰਥ ਹੈ।
Summers are short and warm. Johannesburg record about 20 degrees Celsius temperature in the summer. The Wells receive rainfall mainly in summer months from November to February. This is mainly because of warm ocean currents that wash shore of the belts. If the rainfall is scanty in the winter months from June till August, drought may occur. Flora and fauna of this region. The vegetation cover is sparse. Grasses dominated the landscape. Red grass grows in bush belts. In the high veld, acacia and morolla are seen growing. ਇੱਥੇ ਕੀ ਹੈ ਜੀ, ਦੋ ਤਰ੍ਹਾਂ ਦੇ ਕੀ ਨੇ ਜੀ ਜੋ ਰੁੱਖ ਨੇ ਉਹ ਪਾਏ ਜਾਂਦੇ ਨੇ, ਅਕਾਸੀਆ ਐਂਡ ਮਰੋਲਾ. The animals of the wells are primarily lions, leopard, cheetah and kudu. ਇਹ ਐਨੀਮਲਸ ਨੇ ਜੋ ਇੱਥੇ ਪਾਏ ਜਾਂਦੇ ਨੇ. Peoples of the wells are known for cattle rearing and mining. ਇੱਥੋਂ ਦੇ ਲੋਕ ਕੀ ਨੇ ਜੀ, ਜਾਂ ਤਾਂ ਕੈਟਲ ਰੀਡਿੰਗ ਕਰਦੇ ਨੇ ਜਾਂ ਫਿਰ ਮਾਈਨਿੰਗ ਕਰਦੇ ਨੇ. soil is not much fertile. ਇੱਥੋਂ ਦੀ ਭੂਮੀ ਹੈ ਜੋ ਜ਼ਿਆਦਾ ਉਪਜਾਊ ਨਹੀਂ ਹੈਗੀ. the main crop are maize, wheat, barley, oats and potatoes. ਮੇਨ ਕ੍ਰੋਪਸ ਕਿਹੜੀਆਂ ਨੇ ਜੀ, ਮਾਈਜ਼, ਵੀਟ, ਬਾਰਲੇ, ਓਟਸ ਐਂਡ ਪਟਾਟੋਜ਼. ਕੈਸ਼ ਕ੍ਰੋਪਸ ਤੰਬਾਕੂ, ਸ਼ੂਗਰ ਕੇਨ, ਕਾਟਨ. sheep rearing is most important occupation. sheep rearing ਕੀ ਹੈ ਜੀ, ਇੱਕ ਇੰਪੋਰਟੈਂਟ ਆਕੂਪੇਸ਼ਨ ਹੈ. ਮੈਰੀਨੋ sheep is popular species and their wool is very warm. ਸ਼ੀਪ ਦੀ ਜੋ ਟਾਈਪ ਹੈ ਮੈਰੀਨੋ, ਇਹ ਕੀ ਹੈ ਜੀ ਇੱਥੇ ਬਹੁਤ ਪਾਪੂਲਰ ਹੈ, ਜਿਹਦੀ ਜੋ ਵੂਲ ਹੈ ਕੀ ਜੀ ਹੈ ਉਹ ਬਹੁਤ ਗਰਮ ਹੁੰਦੀ ਹੈ. ਡੇਅਰੀ ਫਾਰਮਿੰਗ ਇਜ਼ ਨੈਕਸਟ ਇੰਪੋਰਟੈਂਟ ਆਕੂਪੇਸ਼ਨ. ਡੇਅਰੀ ਫਾਰਮਿੰਗ ਕੀ ਹੈ ਜੀ, ਇਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਆਕੂਪੇਸ਼ਨ ਹੈ. ਕੈਟਲ ਆਰ ਰੀਅਰਡ ਇਨ ਵਾਰਮਰ ਐਂਡ ਵੈਟਰ ਰੀਜਨ. ਗੋਲਡ ਐਂਡ ਡਾਇਮੰਡ ਮਾਈਨਿੰਗ ਆਰ ਮੇਜਰ ਆਕੂਪੇਸ਼ਨ ਆਫ ਦਾ ਪੀਪਲਸ ਆਫ ਦਿਸ ਰੀਜਨ. Johannesburg is known for being the gold capital of the world. ਇਹ ਕੀ ਹੈ ਜੀ, ਗੋਲਡ ਕੈਪੀਟਲ ਆਫ ਦਾ ਵਰਲਡ ਕਹਾਉਂਦੀ ਹੈ ਸਿਟੀ. Kimberley is famous for diamond mining. Mining of diamond and gold in South Africa led to establishment of trade tie with Britain, and gradually South Africa became a British colony. This mineral rich area has a well developed network of transport. ਅੱਜ ਦੇ ਲੈਕਚਰ ਵਿੱਚ ਅਸੀਂ ਡਿਸਕਸ ਕੀਤੇ types of the grasslands in temperate region, that are the prairies and the wells, ਐਂਡ ਅਸੀਂ ਉੱਥੋਂ ਦਾ ਕਲਾਈਮੇਟ, ਫਲੋਰਾ, ਫੋਨਾ ਐਂਡ ਪੀਪਲ ਨੂੰ ਜਾਣਿਆ. ਸੋ ਆਈ ਹੋਪ ਤੁਸੀਂ ਚੰਗੀ ਤਰ੍ਹਾਂ ਇਸ ਵੀਡੀਓ ਨੂੰ ਸਮਝ ਲਿਆ ਹੋਵੇਗਾ. ਸੋ ਥੈਂਕਸ ਫॉर ਵਾਚਿੰਗ ਦਿਸ ਵੀਡੀਓ. ਗੋਡ ਬਲੈਸ ਯੂ ਆਲ.